ਉਹੀ ਧਰਨੇ ਉਹੀ ਨਾਰੇ, ਝਾੜੂ ਜਿੱਤਿਆ ਲੋਕੀ ਹਾਰੇ, ਕੁਰਸੀ ਉੱਤੇ ਬੈਠਾ ਸੱਜ ਕੇ ਇਨਕਲਾਬ ਦੇ ਗੱਪ ਜੋ ਮਾਰੇ। ਭਾਊ ਤਾਂ ਐਵੇਂ ਬਦਨਾਮ ਹੀ ਕਰਤਾ, ਭਾਊ ਤਾਂ ਐਵੇਂ ਬਦਨਾਮ ਹੀ ਕਰਤਾ, ਚਿੱਟਾ ਘਰ ਘਰ ਆਮ ਹੀ ਕਰਤਾ, ਰੱਜ ਕੇ ਪਾਈ ਥਾਂ ਥਾਂ ਕਿੱਕਲੀ, ਆਪ ਤਾਂ ਭਾਂਡਾ ਖਾਲੀ ਨਿਕਲੀ। ਹੁਣ ਦਿੱਲੀ ਦਾ ਸਿੱਕਾ ਚੱਲੇ, ਸਾਡੇ ਆਲੇ ਇਲਾਕੇ ਥੱਲੇ, ਹਲੇ ਵੀ ਸਮਾਂ ਜੇ ਸਾਂਭਿਆ ਨਹੀਂ ਫੇਰ ਕੀ ਰਹਿ ਜੂ ਪੰਜਾਬ ਦੇ ਪੱਲੇ। ਇਸ਼ਤਿਹਾਰਾਂ ਦੀ ਝੜੀ ਲਵਾਈ, ਪੰਜਾਬ ਤਾਂ ਆਪੇ ਹੋਊ ਕਰਜਾਈ, ਕੇਜਰੀਵਾਲ ਕੀ ਸਾਡਾ ਮਾਮਾ ਲੱਗਦਾ, ਪੰਜਾਬ ਪੁਲਿਸ ਜੋ ਉਹਦੀ ਸੇਵਾ ਲਈ। ਪੰਜੇ ਤਕੜੀ ਦੇ ਪੋਸਟਰ ਪਾੜੇ ਸੀ, ਝਾੜੂ ਦੇ ਝੰਡੇ ਹਰ ਛੱਤ ਚਾੜੇ ਸੀ। ਜੇ ਇਸੇ ਨੂੰ ਬਦਲਾ ਨੇ ਕਹਿੰਦੇ ਫਿਰ ਕੈਪਟਨ ਬਾਦਲ ਕੀ ਮਾੜੇ ਸੀ। ਭਗਤ ਸਿੰਘ ਦਾ ਨਾਮ ਵਰਤ ਕੇ ਚਲੋ ਐਕਟੀ ਚੱਲ ਗਿਆ ਤੁੱਕਾ, ਮੁੜ ਆਣਾ ਜਦ ਕਾਲੀਆਂ ਭੇਡਾਂ, ਜਨਤਾ ਜਾਣ ਨਹੀਂ ਦੇਣਾ ਸੁੱਕਾ। ਮੈਨੂੰ ਪੱਕਾ ਪਤਾ ਵੀ ਕਮੈਂਟ ਦੇ ਵਿੱਚ ਲੋਕੀ ਗਾਲਾਂ ਵੀ ਕੱਢਦੇ ਨੇ, ਮਾੜਾ ਮੰਦਾ ਭਾਸ਼ਾ ਵਰਤੇ, ਉਹਨਾਂ ਦਾ ਵੀ ਪਹਿਲਾਂ ਹੀ ਧੰਨਵਾਦ ਕਰਨਾ ਚਾਹੁੰਦਾ। ਬਹੁਤ ਬਹੁਤ ਧੰਨਵਾਦ ਵੀਰ ਜੀ। ਸੱਤਾ ਵਿੱਚ ਜੋ ਸਵਾਲ ਹੁੰਦੀ ਹੈ, ਸਵਾਲ ਵੀ ਤਾਂ ਉਸੇ ਨੂੰ ਹੋਣਗੇ ਨਾ। ਹਾਂਜੀ, ਹੁਣ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਜਾ ਕੇ ਥੋੜ੍ਹੀ ਪੁੱਛਾਂਗੇ ਭਾਜੀ ਦੱਸੋ ਚੀਨੀ ਕੀ ਰੇਟ ਹੈ। ਇਸ ਕਰਕੇ ਜਿਹੜੀ ਚੀਜ਼ 'ਚ ਤਾਕਤ, ਗਲਤੀ ਉਹੀ ਕੰਮ ਕਰੂਗਾ ਜਿਹਦੇ ਕੋਲ ਤਾਕਤ ਹੋਊਗੀ, ਗਲਤ ਕੰਮ ਉਹੀ ਕਰੂਗਾ। ਅਤੇ ਸਰਕਾਰਾਂ ਨੂੰ ਸਵਾਲ ਹੋਣਗੇ। ਜ਼ਮੀਨ ਤੋਂ ਲੈ ਕੇ ਕੁਰਸੀ ਤੱਕ ਦਾ ਮੇਰਾ ਸਫ਼ਰ ਬੜਾ ਹੀ ਔਖਾ ਸੀ, ਪਲ ਪਲ ਸਾਜ਼ਿਸ਼ ਘੜਨੀ ਸੀ ਅਤੇ ਕਦਮ ਕਦਮ 'ਤੇ ਧੋਖਾ ਸੀ। ਆਪਣਿਆਂ ਦੀ ਪਿੱਠ 'ਤੇ ਖੰਜਰ ਮਾਰਨਾ ਕਿਹੜਾ ਸੌਖਾ ਸੀ, ਲਾਸ਼ਾਂ ਦੀ ਪੌੜੀ ਚੜ੍ਹਨੀ ਸੀ, ਵੋਟਾਂ ਨਾਲ ਭਰਿਆ ਕੋਠਾ ਸੀ। ਮੁੱਠੀ ਵਿੱਚ ਇੱਕੋ ਇੱਕ ਮੰਤਰ ਸੀ, ਮੇਰੀ ਢਾਲ ਬਣਿਆ ਲੋਕਤੰਤਰ ਸੀ। ਧੁੱਪ ਛਾਂ ਮੀਂਹ ਵਿੱਚ ਚੱਲਣਾ ਸੀ, ਲੋਕਾਂ ਨੂੰ ਖੁਦ ਵੱਲ ਘੱਲਣਾ ਸੀ। ਮੇਰੇ ਝੂਠੇ ਵਾਅਦਿਆਂ 'ਤੇ ਹੀ ਗਰੀਬ ਦਾ ਟੱਬਰ ਪਲਣਾ ਸੀ। ਮੈਂ ਨਫ਼ਰਤ ਦੀ ਇੱਕ ਚਿੰਗਾਰੀ ਸਾਂ ਅਤੇ ਸ਼ਹਿਰ ਸਾਰੇ ਨੇ ਜਲਣਾ ਸੀ। ਇੱਕ ਨਸਲ ਨੂੰ ਮਾਰ ਮੁਕਾਉਣਾ ਸੀ, ਪੁੱਠੇ ਰਾਹਾਂ ਵੱਲ ਪਾਉਣਾ ਸੀ। ਪੈਸੇ ਬੰਦੂਕ ਦੇ ਜ਼ੋਰ ਉੱਤੇ ਜਿਨ੍ਹਾਂ ਮੈਨੂੰ ਰਾਜ ਦਿਵਾਉਣਾ ਸੀ। ਮੇਰੀ ਉਂਗਲੀ ਨੂੰ ਫੜ ਫੜ ਕੇ ਉਹਨਾਂ ਹੱਥੀਂ ਹੱਕ ਮੈਥੋਂ ਮੰਗਣਾ ਸੀ। ਪਰ ਮੂਰਖ ਉਹ ਭੁੱਲ ਬੈਠੇ, ਮੈਂ ਸੱਪ ਸਾਂ ਮੈਨੇ ਡੰਗਣਾ ਸੀ। ਅਕਲਾਂ 'ਤੇ ਪਰਦਾ ਪਾਉਣਾ ਸੀ, ਵਾਰੀ ਸਿਰ ਨੰਬਰ ਲਾਉਣਾ ਸੀ। ਗਰੀਬ ਦੀ ਝੁੱਗੀ ਢਾਹੁਣ ਲਈ ਸੋਨੇ ਦਾ ਮਹਿਲ ਦਿਖਾਉਣਾ ਸੀ। ਫਿਰ ਵਕਫਾ ਲੰਬਾ ਪੈ ਜਾਣਾ ਸੀ, ਫਿਰ ਵਕਫਾ ਲੰਬਾ ਪੈ ਜਾਣਾ ਸੀ। ਬਸ ਇੱਕ ਵਾਰ ਦਾ ਮੌਕਾ ਸੀ, ਜ਼ਮੀਨ ਤੋਂ ਲੈ ਕੇ ਕੁਰਸੀ ਤੱਕ ਦਾ ਮੇਰਾ ਸਫ਼ਰ ਬੜਾ ਹੀ ਔਖਾ ਸੀ। ਹੁਣ ਜਿਹੜੇ ਸਾਡੇ ਵਿਧਾਇਕ ਨੇ, ਇਹਨਾਂ ਦੇ ਕਹਿੰਦੇ ਆ ਇਹਨਾਂ ਦੀ ਤਨਖਾਹ, ਇਹਨਾਂ ਦੇ ਖਰਚੇ, ਇਹਨਾਂ ਦੇ ਪੱਤੇ ਹਰ ਚੀਜ਼ ਲਿਖਤ 'ਚ ਹੈ। ਪਰ ਭਾਜੀ ਮੈਂ ਸਰਚ ਕੀਤਾ ਵੀ ਇਹਨਾਂ ਦੇ ਕਿਤੇ ਡਿਊਟੀ ਨਹੀਂ ਲਿਖਤ 'ਚ ਹੈਗੀ, ਵੀ ਕੰਮ ਕੀ ਹੈ। ਕਿਤੇ ਜਾ ਕੇ ਰਿਬਨ ਕੱਟਣਾ ਜਾਂ ਕਿਤੇ ਜਾ ਕੇ ਕੋਈ ਇਹ ਕੋਈ ਇਹਨਾਂ ਦਾ ਕੰਮ ਥੋੜ੍ਹੀ ਹੈਗੇ, ਇਹ ਲਿਖਤ 'ਚ ਡਿਊਟੀ ਨਹੀਂ ਹੈਗੀ। ਲੇਕਿਨ ਜਿਹੜਾ ਪੈਸਾ ਦੇਣਾ ਹੈ ਸਰਕਾਰ, ਉਹ ਸਭ ਲਿਖਤ 'ਚ ਹੈ ਜੀ, ਭੱਤੇ ਪੁੱਤੇ ਸਭ ਲਿਖਤ 'ਚ ਦਿੱਤੇ ਹੋਏ ਨੇ। ਅਕਸਰ ਦੋ ਸਿਆਸਤਦਾਨ ਕੀ ਕਹਿੰਦੇ ਹੈ ਵੀ ਸਾਡੀ ਤਾਂ ਵਿਚਾਰਾਂ ਦੀ ਲੜਾਈ ਹੈ ਜੀ, ਸਾਡੀ ਕਿਹੜਾ ਕੋਈ ਡਾਂਗ ਸੱਟੇ ਦੀ ਜ਼ਮੀਨ ਦੀ ਲੜਾਈ ਹੈ। ਫਿਰ ਉਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਭਗਤ ਸਿਆਂ ਜੇ ਇਹੀ ਆਜ਼ਾਦੀ ਫਿਰ ਚੂੰ ਕਿਉਂ ਦਿੱਤੀ ਜਾਨ, ਕਾਹਦਾ ਦੇਸ਼ ਸੋਨੇ ਦੀ ਚਿੜੀਆ, ਕਾਹਦਾ ਦੇਸ਼ ਮਹਾਨ। ਖੂਨ ਮਨੁੱਖੀ ਸੜਕਾਂ 'ਤੇ ਡੁੱਲਦਾ, ਹੋਈ ਧਰਮਾਂ ਦੀ ਪੰਡ ਭਾਰੀ, ਹਰ ਇੱਕ ਸ਼ੈ ਦੀ ਬੋਲੀ ਲਾਉਂਦੇ ਲੀਡਰ ਬਣੇ ਵਪਾਰੀ। ਸਾਡੇ ਸਿਰ 'ਤੇ ਸਾਡੀ ਜੁੱਤੀਆਂ, ਸਾਡੇ ਸਿਰ 'ਤੇ ਸਾਡੀਆਂ ਜੁੱਤੀਆਂ, ਗਿਣ ਗਿਣ ਹਾਕਮ ਲਾਵੇ, ਵਾਰੀ ਵਾਰੀ ਸੱਤਾ ਸੁੱਖ ਭੋਗ ਕੇ ਇੱਕ ਆਵੇ ਇੱਕ ਜਾਵੇ। ਸੱਤਾ ਵਿੱਚ ਸਰਕਾਰਾਂ ਮੌਜੂਦ ਹੁੰਦੀਆਂ ਨੇ, ਸਵਾਲ ਵੀ ਹੁੰਦੇ ਨੇ ਲੋਕਾਂ ਵੱਲੋਂ, ਆਮ ਲੋਕ ਵੀ ਸਵਾਲ ਕਰਦੇ ਨੇ, ਬੁੱਧੀਜੀਵੀ ਵੀ ਕਰਦੇ ਨੇ, ਧਰਨੇ ਵੀ ਲੱਗਦੇ ਨੇ। ਪਰ ਸਵਾਲ ਕਰਨ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ। ਸਾਡੇ ਨਾਲ ਇੱਕ ਇਹੋ ਜਿਹੇ ਸ਼ਖਸ ਮੌਜੂਦ ਨੇ ਜਿਨ੍ਹਾਂ ਦਾ ਪਹਿਲਾਂ ਵੀ ਇੰਟਰਵਿਊ ਕੀਤਾ ਸੀ, ਜੋ ਕਿ ਮੀਡੀਆ ਅਦਾਰੇ ਤੋਂ ਹੀ ਨੇ, ਕੈਮਰਾਮੈਨ ਨੇ। ਉਹਨਾਂ ਨਾਲ ਚਰਚਾ ਕਰਾਂਗੇ। ਲਿਖਦੇ ਬਹੁਤ ਵਧੀਆ ਨੇ, ਲਿਖਦੇ ਹੀ ਬਹੁਤ ਵਧੀਆ ਨੇ, ਵਿਅੰਗ ਦਾ ਹੀ ਸਵਾਲ ਵੀ ਕਰਦੇ ਨੇ, ਸਰਕਾਰਾਂ ਨੂੰ ਪੁੱਛ ਵੀ ਰਹੇ ਨੇ, ਔਰ ਇਹ ਵੀ ਦੱਸਦੇ ਨੇ ਕਿ ਸਿਆਸਤ ਹੁੰਦੀ ਕਿਵੇਂ ਹੈ, ਕੁਰਸੀ ਤੱਕ ਪਹੁੰਚਣ ਵਾਸਤੇ ਸਿਆਸਤ ਕੀਤੀ ਕਿਵੇਂ ਜਾਂਦੀ ਹੈ। ਤਾਂ ਗੱਲਬਾਤ ਕਰਾਂਗੇ। ਲਲਿਤ ਪਾਂਡੇ ਸਾਡੇ ਨਾਲ ਨੇ, ਜੋ ਕਿ ਕੈਮਰਾਮੈਨ ਨੇ, ਮੀਡੀਆ ਅਦਾਰੇ ਤੋਂ ਨੇ, ਲਿਖਦੇ ਨੇ ਬਹੁਤ ਵਧੀਆ, ਕਾਫੀ ਸਾਲਾਂ ਤੋਂ ਲਿਖਦੇ ਆ ਰਹੇ ਨੇ। ਪਰ ਲਿਖਣ ਦੇ ਨਾਲ ਨਾਲ ਸਟੇਜਾਂ ਤੋਂ ਵੀ ਜਾ ਕੇ ਕਵਿਤਾਵਾਂ ਸੁਣਾਉਂਦੇ ਨੇ, ਉਹ ਗੱਲ ਰੱਖਦੇ ਨੇ। ਉਹ ਦੱਸਦੇ ਨੇ ਵੀ ਸਵਾਲ ਜੋ ਨੇ ਉਹ ਕੀਤੇ ਜਾ ਸਕਦੇ ਨੇ, ਪਰ ਤਰੀਕੇ ਅਲੱਗ-ਅਲੱਗ ਹੁੰਦੇ ਨੇ ਸਿਆਸਤ ਨੂੰ ਸਵਾਲ ਕਰਨ ਦੇ। ਲਲਿਤ ਪਾਂਡੇ ਸਾਡੇ ਨਾਲ ਨੇ। ਲਲਿਤ ਜੀ, ਬਹੁਤ ਸਵਾਗਤ ਹੈ ਪੰਜਾਬ ਨਿਊਜ਼। ਧੰਨਵਾਦ ਭਾਜੀ, ਵਧੀਆ ਜੀ। ਆਪਾਂ ਅਖੀਰ ਇੰਟਰਵਿਊ ਕੀਤਾ ਸੀ, ਕੁਝ ਗੱਲਾਂ ਰਹਿ ਗਈਆਂ ਸੀ, ਕੁਝ ਤੁਸੀਂ ਕਵਿਤਾਵਾਂ ਸੁਣਾਈਆਂ ਸੀ ਉਸ ਵਿੱਚ। ਹਾਂਜੀ, ਹੁਣ ਨਵੀਂ ਕੋਈ ਕਵਿਤਾ ਲਿਖੀ ਹੈ ਜਿਸ ਰਾਹੀਂ ਤੁਸੀਂ, ਜੇ ਆਪਾਂ ਦੇਖਦੇ ਹਾਂ ਵੀ ਸਾਰੇ ਸਵਾਲ ਕਰਦੇ ਨੇ, ਸਵਾਲ ਕਰਨ ਦਾ ਹੱਕ ਹੈ ਹਰ ਇੱਕ ਵਿਅਕਤੀ ਨੂੰ ਸਰਕਾਰ ਕੋਲੋਂ, ਕਿਉਂਕਿ ਸਰਕਾਰ ਉਸ ਤੋਂ ਪਹਿਲਾਂ, ਸੱਤਾ ਤੋਂ ਪਹਿਲਾਂ ਜਦੋਂ ਵੀ ਆਉਂਦੀ ਹੈ ਵਾਅਦੇ ਕਰਕੇ ਆਉਂਦੀ ਹੈ। ਉਸ ਤੋਂ ਬਾਅਦ ਸਵਾਲ ਵੀ ਲੋਕੀ ਪੁੱਛਦੇ ਨੇ, ਤੁਸੀਂ ਇਹ ਵਾਅਦੇ ਕੀਤੇ ਪੂਰੇ ਕਦੋਂ ਕਰੋਗੇ, ਕਦੋਂ ਸਾਡੇ ਵਾਅਦੇ ਪੂਰੇ ਕੀਤੇ ਜਾਣਗੇ, ਸਵਾਲ ਹੁੰਦੇ ਨੇ। ਕਿਵੇਂ ਤੁਸੀਂ ਸਵਾਲ ਜੋ ਹੈ ਹੁਣ ਸੱਤਾ ਨੂੰ ਪੁੱਛਦੇ ਹੋ ਵਿਅੰਗ ਰਾਹੀਂ? ਭਾਜੀ ਗੱਲ ਇੱਦਾਂ ਹੈ
ਜਿਹੜੀ ਕਵਿਤਾ ਹੈਗੀ ਹੈ ਨਾ, ਉਹ ਸਾਡੇ ਆਸੇ-ਪਾਸੇ ਤੋਂ ਜਨਮ ਲੈਂਦੀ ਹੈ। ਸਾਡੇ ਆਸੇ-ਪਾਸੇ ਕੀ ਮਾਹੌਲ ਹੈ, ਉਹ ਲੋਕਾਂ ਦਾ ਰਹਿਣ ਸਹਿਣ, ਉਹ ਸਿਆਸੀ ਵੀ ਹੁੰਦਾ ਮਾਹੌਲ, ਤਾਂ ਉੱਥੋਂ ਕਵਿਤਾ ਜਨਮ ਲੈਂਦੀ ਹੈ। ਤੇ ਸਿਆਸਤ ਬਾਰੇ ਤਾਂ ਭਾਜੀ ਇਹੀ ਹੈ, ਤੁਸੀਂ ਦੱਸਿਆ ਸਿਆਸਤ ਦਾ ਜਿਹੜਾ ਸਫ਼ਰ ਹੈ, ਕਹਿੰਦੇ ਕੋਈ ਗੁਨਾਹਗਾਰ ਨਹੀਂ, ਕੋਈ सज़ा नहीं, कोई गुनाहगार नहीं, कोई सज़ा नहीं, सियासत में वादाए कत्ल माफ़ होता है जी, सियासत में वादाए कत्ल माफ़ होता है। ਇਹ ਮੈਂ ਇੱਕ ਲਿਖੀ ਸੀਗੀ ਕਵਿਤਾ ਵੀ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਆਮ ਜ਼ਮੀਨ ਤੋਂ ਸਟਾਰਟ ਕਰਦਾ ਉਹਨੂੰ ਕੁਰਸੀ ਤੱਕ ਜਾਣ ਲਈ ਕੀ ਹਿੱਲਾ ਵਸੀਲਾ ਕਰਨਾ ਪੈਂਦਾ ਹੈ। ਸਾਡੇ ਉਰੇ ਕਿਵੇਂ ਸਰਕਾਰਾਂ ਦਾ ਚੱਲਦੀਆਂ ਨੇ, ਇਹ ਸੀਗਾ ਭਾਜੀ, ਕਹਿੰਦੇ ਜ਼ਮੀਨ ਤੋਂ ਲੈ ਕੇ ਕੁਰਸੀ ਤੱਕ ਦਾ ਮੇਰਾ ਸਫ਼ਰ ਬੜਾ ਹੀ ਔਖਾ ਸੀ। ਜ਼ਮੀਨ ਤੋਂ ਲੈ ਕੇ ਕੁਰਸੀ ਤੱਕ ਦਾ ਮੇਰਾ ਸਫ਼ਰ ਬੜਾ ਹੀ ਔਖਾ ਸੀ, ਪਲ ਪਲ ਸਾਜ਼ਿਸ਼ ਘੜਨੀ ਸੀ ਤੇ ਕਦਮ ਕਦਮ ਤੇ ਧੋਖਾ ਸੀ। ਜ਼ਮੀਨ ਤੋਂ ਲੈ ਕੇ ਕੁਰਸੀ ਤੱਕ ਦਾ ਮੇਰਾ ਸਫ਼ਰ ਬੜਾ ਹੀ ਔਖਾ ਸੀ, ਪਲ ਪਲ ਸਾਜ਼ਿਸ਼ ਘੜਨੀ ਸੀ ਤੇ ਕਦਮ ਕਦਮ ਤੇ ਧੋਖਾ ਸੀ। ਆਪਣਿਆਂ ਦੀ ਪਿੱਠ ਤੇ ਖੰਜਰ ਮਾਰਨਾ ਕਿਹੜਾ ਸੌਖਾ ਸੀ, ਲਾਸ਼ਾਂ ਦੀ ਪੌੜੀ ਚੜ੍ਹਨੀ ਸੀ, ਵੋਟਾਂ ਨਾਲ ਭਰਿਆ ਕੋਠਾ ਸੀ। ਹੈ ਜੀ, ਮੁੱਠੀ ਵਿੱਚ ਇੱਕੋ ਇੱਕ ਮੰਤਰ ਸੀ। ਉਹ ਮੰਤਰ ਕੀ ਸੀ? ਸਾਡੇ ਉਰੇ ਬੰਦੇ ਕੋਲ ਮਨੀ ਪਾਵਰ, ਮਸਲ ਪਾਵਰ, ਮੈਨ ਪਾਵਰ, ਇਹ ਤਿੰਨ ਚੀਜ਼ਾਂ। ਮੁੱਠੀ ਵਿੱਚ ਇੱਕੋ ਇੱਕ ਮੰਤਰ ਸੀ, ਮੇਰੀ ਢਾਲ ਬਣਿਆ ਲੋਕਤੰਤਰ ਸੀ। ਧੁੱਪ ਛਾਂ ਮੀਂਹ ਵਿੱਚ ਚੱਲਣਾ ਸੀ, ਲੋਕਾਂ ਨੂੰ ਖੁਦ ਵੱਲ ਘੱਲਣਾ ਸੀ। ਮੇਰੇ ਝੂਠੇ ਵਾਅਦਿਆਂ 'ਤੇ ਹੀ ਗਰੀਬ ਦਾ ਟੱਬਰ ਪਲਣਾ ਸੀ। ਮੈਂ ਨਫ਼ਰਤ ਦੀ ਇੱਕ ਚਿੰਗਾਰੀ ਸਾਂ ਤੇ ਸ਼ਹਿਰ ਸਾਰੇ ਨੇ ਜਲਣਾ ਸੀ। ਇੱਕ ਨਸਲ ਨੂੰ ਮਾਰ ਮੁਕਾਉਣਾ ਸੀ, ਪੁੱਠੇ ਰਾਹਾਂ ਵੱਲ ਪਾਉਣਾ ਸੀ। ਪੈਸੇ ਬੰਦੂਕ ਦੇ ਜ਼ੋਰ ਉੱਤੇ ਜਿਨ੍ਹਾਂ ਮੈਨੂੰ ਰਾਜ ਦਿਵਾਉਣਾ ਸੀ। ਮੇਰੀ ਉਂਗਲੀ ਨੂੰ ਫੜ ਫੜ ਕੇ ਉਹਨਾਂ ਹੱਥੀ ਹੱਕ ਮੈਥੋਂ ਮੰਗਣਾ ਸੀ। ਪਰ ਮੂਰਖ ਉਹ ਭੁੱਲ ਬੈਠੇ ਮੈਂ ਸੱਪ ਸਾਂ ਮੈਨੇ ਡੰਗਣਾ ਸੀ। ਜਿਹੜੇ ਚੀਕ ਚੀਕ ਕਹਿੰਦੇ ਸੱਚ ਸੀ, ਹਰ ਦੰਗੇ ਪਿੱਛੇ ਮੇਰਾ ਹੱਥ ਸੀ। ਮੇਰੇ ਹੱਥ ਖੂਨ ਨਾਲ ਰੰਗੇ ਸੀ, ਮੈਂ ਮਜ਼ਹਬ ਦੇ ਪਾਏ ਪੰਗੇ ਸੀ। ਜਿਹੜੇ ਲਾਸ਼ਾਂ ਬਣ ਥਾਂ ਥਾਂ ਡਿੱਗੇ ਸੀ, ਉਹ ਬੰਦੇ ਬਹੁਤ ਹੀ ਚੰਗੇ ਸੀ। ਇਤਿਹਾਸ ਗਵਾਹ ਹੈ ਕੁਰਸੀ ਲਈ ਭਾਈ ਨੇ ਭਾਈ ਟੰਗੇ ਸੀ। ਅਕਲਾਂ 'ਤੇ ਪਰਦਾ ਪਾਣਾ ਸੀ, ਵਾਰੀ ਸਿਰ ਨੰਬਰ ਲਾਣਾ ਸੀ। ਅਕਲਾਂ 'ਤੇ ਪਰਦਾ ਪਾਣਾ ਸੀ, ਵਾਰੀ ਸਿਰ ਨੰਬਰ ਲਾਣਾ ਸੀ। ਗਰੀਬ ਦੀ ਝੁੱਗੀ ਢਾਹੁਣ ਲਈ ਸੋਨੇ ਦਾ ਮਹਿਲ ਦਿਖਾਉਣਾ ਸੀ। ਫਿਰ ਵਕਫਾ ਲੰਬਾ ਪੈ ਜਾਣਾ ਸੀ, ਫਿਰ ਵਕਫਾ ਲੰਬਾ ਪੈ ਜਾਣਾ ਸੀ। ਬਸ ਇੱਕ ਵਾਰ ਦਾ ਮੌਕਾ ਸੀ, ਜ਼ਮੀਨ ਤੋਂ ਲੈ ਕੇ ਕੁਰਸੀ ਤੱਕ ਦਾ ਮੇਰਾ ਸਫ਼ਰ ਬੜਾ ਹੀ ਔਖਾ ਸੀ। ਜੋ ਤੁਸੀਂ ਸਾਰੀ ਗੱਲਾਂ ਕਹੀਆਂ ਨੇ ਇੱਕ ਸਿਆਸਤਦਾਨ ਬਾਰੇ ਵੀ ਕਿਵੇਂ ਕਿਵੇਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕਰਦਾ। ਹਾਂਜੀ ਬਿਲਕੁਲ ਭਾਜੀ, ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਵੀ ਸਾਰਾ ਝੂਠ ਦੀ। ਬਾਕੀ ਸਾਡੇ ਮੁਲਕ 'ਚ ਅਸੀਂ ਨਾ ਉਰੇ ਧਿਰ ਬਣ ਜਾਂਦੇ ਹਾਂ ਭਾਜੀ। ਅਸੀਂ ਉਰੇ ਇੱਕ ਮੰਨ ਲਓ ਕੋਈ ਬੀਜੇਪੀ ਨੂੰ ਸਮਰਥਨ ਕਰਦਾ ਹੈ ਤਾਂ ਉਹ ਬੀਜੇਪੀ ਲੜਨ ਨੂੰ ਤਿਆਰ ਬੈਠਾ ਹੈ। ਜੇ ਕੋਈ ਆਪ ਨੂੰ ਕਰਦਾ ਹੈ ਤਾਂ ਉਹ ਆਪ ਲਈ ਵੀ ਲੜਨ ਨੂੰ ਤਿਆਰ ਬੈਠਾ ਹੈ। ਇੱਦਾਂ ਮਤਲਬ ਕੋਈ ਵੀ ਕਿਸੇ ਰਾਜਨੀਤਿਕ ਪਾਰਟੀ ਨੂੰ ਸਪੋਰਟ ਕਰਦਾ ਹੈ। ਲੇਕਿਨ ਜਦ ਕੀ ਹੈ, ਇਹ ਸਿਆਸਤ ਤੋਂ ਪਹਿਲਾਂ ਜਦੋਂ ਤੁਸੀਂ ਦੇਖੋ ਅਕਸਰ ਦੋ ਸਿਆਸਤਦਾਨ ਕੀ ਕਹਿੰਦੇ ਹੈ ਵੀ ਸਾਡੀ ਤਾਂ ਵਿਚਾਰਾਂ ਦੀ ਲੜਾਈ ਹੈ ਜੀ, ਸਾਡੀ ਕਿਹੜਾ ਕੋਈ ਡਾਂਗ ਸੱਟੇ ਦੀ ਜ਼ਮੀਨ ਦੀ ਲੜਾਈ ਹੈ। ਫਿਰ ਉਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਵੀ ਅਸੀਂ ਕਿਉਂ ਆਪਸ 'ਚ ਜਦੋਂ ਸਰਕਾਰ ਇੱਕ ਵਾਰ ਬਣ ਗਈ ਫਿਰ ਸਰਕਾਰ ਦੇ ਹਮੇਸ਼ਾ ਉਲਟ ਰਹੋ। ਜੇ ਸਰਕਾਰ ਚੰਗਾ ਕੰਮ ਕਰਦੀ ਹੈ ਇਹ ਉਹਦੀ ਡਿਊਟੀ ਹੈ, ਜੇ ਸਰਕਾਰ ਮਾੜਾ ਕੰਮ ਕਰਦੀ ਹੈ ਫਿਰ ਉਹਦੀ ਆਵਾਜ਼ ਬੋਲੋ। ਸਰਕਾਰ ਤਾਂ ਅਸੀਂ ਬਣਾਉਂਦੇ ਇਸ ਲਈ ਹੈ ਨਾ ਜੀ। ਸਰਕਾਰ ਬਣਾਉਣ ਦਾ ਮਤਲਬ ਇਹ ਹੁੰਦਾ ਵੀ ਵਿਕਾਸ ਕਰਨਾ ਜਾਂ ਚੰਗੇ ਕੰਮ ਕਰਨਾ। ਹੁਣ ਜਿਹੜੇ ਸਾਡੇ ਵਿਧਾਇਕ ਨੇ ਇਹਨਾਂ ਦੇ ਕਹਿੰਦੇ ਆ ਇਹਨਾਂ ਦੀ ਤਨਖਾਹ, ਇਹਨਾਂ ਦੇ ਖਰਚੇ, ਇਹਨਾਂ ਦੇ ਭੱਤੇ ਹਰ ਚੀਜ਼ ਲਿਖਤ 'ਚ ਹੈ। ਪਰ ਭਾਜੀ ਮੈਂ ਸਰਚ ਕੀਤਾ ਵੀ ਇਹਨਾਂ ਦੀ ਕਿਤੇ ਡਿਊਟੀ ਨਹੀਂ ਲਿਖਤ 'ਚ ਹੈਗੀ ਵੀ ਕੰਮ ਕੀ ਹੈ। ਕਿਤੇ ਜਾ ਕੇ ਰਿਬਨ ਕੱਟਣਾ ਜਾਂ ਕਿਤੇ ਜਾ ਕੇ ਕੋਈ ਇਹ ਕੋਈ ਇਹਨਾਂ ਦਾ ਕੰਮ ਥੋੜ੍ਹੀ ਹੈਗੇ। ਇਹ ਲਿਖਤ 'ਚ ਡਿਊਟੀ ਨਹੀਂ ਹੈਗੀ, ਲੇਕਿਨ ਜਿਹੜਾ ਪੈਸਾ ਦੇਣਾ ਹੈ ਸਰਕਾਰ ਉਹ ਸਭ ਲਿਖਤ 'ਚ ਹੈ ਜੀ। ਭੱਤੇ ਭੁੱਤੇ ਸਭ ਲਿਖਤ 'ਚ ਦਿੱਤੇ ਹੋਏ ਨੇ। ਉਹਦਾ ਵੀ ਹੋਣਾ ਚਾਹੀਦਾ ਵੀ ਇਹ ਕੀ ਕੰਮ ਕਰਦੇ ਨੇ, ਕਿਹੜੀ ਡਿਊਟੀ ਕਰਦੇ ਨੇ। ਬਿਲਕੁਲ ਬਿਲਕੁਲ। ਜੇ ਮੈਂ ਆਪਣੇ ਸੰਸਥਾਨ 'ਚ ਨੌਕਰੀ ਕਰਦਾ ਤਾਂ ਮੇਰਾ ਇੱਕ ਕੰਮ ਦਿੱਤਾ ਗਿਆ ਮੈਨੂੰ ਮਾਲਕਾਂ ਵੱਲੋਂ ਵੀ ਆਹ ਤੂੰ ਕੰਮ ਕਰਨਾ ਬਈ, ਆਹ ਤੈਨੂੰ ਅਸੀਂ ਪੈਸੇ ਦੇਵਾਂਗੇ। ਪਰ ਮੰਤਰੀ ਜਿਹੜੇ ਵਿਧਾਇਕ ਇਹਨਾਂ ਦਾ ਕੋਈ ਕੰਮ ਹੈ ਹੀ ਨਹੀਂ, ਕਿਤੇ ਲਿਖਤ 'ਚ ਵੀ ਕਰਨਾ ਕੀ ਹੈ। ਅੱਛਾ ਪਾਂਡੇ ਜੀ, ਖੁਦ ਵੀ ਸਵਾਲ ਹੈ ਜੋ ਤੁਸੀਂ ਲਿਖਦੇ ਹੋ। ਤੁਸੀਂ ਕਿਹਾ ਵੀ ਮੈਂ ਮਾਹੌਲ ਦੇਖ ਕੇ ਆਸ-ਪਾਸ ਲਿਖਦਾ। ਇੱਕ ਸ਼ਬਦ ਆਉਂਦਾ ਜਦੋਂ ਪ੍ਰੋਟੈਸਟ ਹੁੰਦਾ ਆਜ਼ਾਦੀ ਨੂੰ ਲੈ ਕੇ। ਪਿਛਲੀ JNU ਦੀ ਗੱਲ ਕਰੀਏ ਉੱਥੇ ਵੀ ਇਹ ਸ਼ਬਦ ਸੁਣਿਆ ਗਿਆ ਸੀ। ਆਜ਼ਾਦੀ ਦੇ ਉੱਤੇ ਵੀ ਕੋਈ ਕਵਿਤਾ ਲਿਖੀ ਹੈ? ਹਾਂਜੀ ਭਾਜੀ, ਹੁਣ ਤੁਸੀਂ ਦੇਖੋ 15 ਅਗਸਤ ਆਪਣੀ ਨੇੜੇ ਹੀ ਹੈਗੀ ਹੈ ਤੇ ਆਜ਼ਾਦੀ ਹੁੰਦੀ ਹੈ ਵਿਚਾਰਾਂ ਦੀ, ਸੁਤੰਤਰਤਾ ਕਹਿਣ ਦੀ। ਉਹ ਚਲੋ ਆਪਣੇ ਮੁਲਕ 'ਚ ਹਰ ਇੱਕ ਨੂੰ ਹੈਗੀ ਹੈ। ਪਰ ਹੁਣ ਭਗਤ ਸਿੰਘ 'ਤੇ ਵੀ ਸਵਾਲ ਹੋ ਰਹੇ ਨੇ ਹੈ ਜੀ। ਮਤਲਬ ਇਹ ਆਜ਼ਾਦੀ ਦਾ ਮੈਂ ਲਿਖਿਆ ਸੀ ਭਾਜੀ, ਕਹਿੰਦੇ ਬਸ ਨਾਮ ਦੀ ਮਿਲੀ ਆਜ਼ਾਦੀ ਤੇ ਹੱਕ ਗਏ ਨੇ ਮਾਰੇ। ਬਸ ਨਾਮ ਦੀ ਮਿਲੀ ਆਜ਼ਾਦੀ ਤੇ ਹੱਕ ਗਏ ਨੇ ਮਾਰੇ। ਜਿਵੇਂ ਅੰਬਰ ਦੀ ਕੈਦ 'ਚ ਹੋਵਣ ਸੂਰਜ ਚੰਨ ਸਿਤਾਰੇ। ਬਸ ਨਾਮ ਦੀ ਮਿਲੀ ਆਜ਼ਾਦੀ ਤੇ ਹੱਕ ਗਏ ਨੇ ਮਾਰੇ। ਜਿਵੇਂ ਅੰਬਰ ਦੀ ਕੈਦ 'ਚ ਹੋਵਣ ਸੂਰਜ ਚੰਨ ਸਿਤਾਰੇ। ਭੁੱਖੀ ਜਨਤਾ ਰੱਜੇ ਹਾਕਮ ਇਹ ਕੈਸੀ ਆਜ਼ਾਦੀ।
ਭੁੱਖੀ ਜਨਤਾ ਰੱਜੇ ਹਾਕਮ ਇਹ ਕੈਸੀ ਆਜ਼ਾਦੀ, ਆਪਣੇ ਅੱਖੀ ਵੇਖ ਰਹੇ ਹਾਂ ਮੁਲਕ ਦੀ ਇਹ ਬਰਬਾਦੀ। ਗੋਰੇ ਸਾਡੇ ਦੁਸ਼ਮਣ ਸੀਗੇ, ਕਾਲੇ ਨੇ ਗੱਦਾਰ, ਸਾਨੂੰ ਨਹੀਂ ਮਨਜ਼ੂਰ ਆਜ਼ਾਦੀ, ਨਾ ਐਸੀ ਸਰਕਾਰ। ਭਗਤ ਸਿਆਂ ਜੇ ਇਹੀ ਆਜ਼ਾਦੀ, ਫਿਰ ਤੂੰ ਕਿਉਂ ਦਿੱਤੀ ਜਾਨ? ਭਗਤ ਸਿਆਂ ਜੇ ਇਹੀ ਆਜ਼ਾਦੀ, ਫਿਰ ਤੂੰ ਕਿਉਂ ਦਿੱਤੀ ਜਾਨ? ਕਾਦਾ ਦੇਸ਼ ਸੋਨੇ ਦੀ ਚਿੜੀਆ, ਕਾਦਾ ਦੇਸ਼ ਮਹਾਨ। ਖੂਨ ਮਨੁੱਖੀ ਸੜਕਾਂ ਤੇ ਡੁੱਲਦਾ, ਹੋਈ ਧਰਮਾਂ ਦੀ ਪੰਡ ਭਾਰੀ, ਹਰ ਇੱਕ ਸ਼ੈ ਦੀ ਬੋਲੀ ਲਾਉਂਦੇ ਲੀਡਰ ਬਣੇ ਵਪਾਰੀ। ਹੈ ਜੀ, ਨਾ ਹੀ ਨੀਅਤ ਨੇਕ ਇਨਾਦੀ, ਨਾ ਹੀ ਨੀਅਤ ਨੇਕ ਇਨਾਦੀ, ਨਾ ਹੀ ਨੇਕ ਇਰਾਦੇ, ਕੁਰਸੀ ਉੱਤੇ ਬੈਠਣ ਸੱਜ ਕੇ ਕਰ ਕਰ ਝੂਠੇ ਵਾਅਦੇ। ਸਾਡੇ ਸਿਰ ਤੇ ਸਾਡੀ ਜੁੱਤੀਆਂ, ਸਾਡੇ ਸਿਰ ਤੇ ਸਾਡੀਆਂ ਜੁੱਤੀਆਂ, ਗਿਣ ਗਿਣ ਹਾਕਮ ਲਾਵੇ, ਵਾਰੀ ਵਾਰੀ ਸੱਤਾ ਸੁਖ ਭੋਗ ਕੇ ਇੱਕ ਆਵੇ ਇੱਕ ਜਾਵੇ। ਇਹ ਇੱਦਾਂ ਕੁਛ ਭਾਜੀ ਆਜ਼ਾਦੀ ਦੇ ਵਿਅੰਗ। ਅੱਛਾ, ਇਹ ਆਜ਼ਾਦੀ ਉੱਤੇ ਵਿਅੰਗ ਹੈ। ਹੁਣ ਇੱਕ ਅਹਿਮ ਹੋਰ ਸਵਾਲ ਹੈ ਜੋ ਤੁਸੀਂ ਸਿਆਸਤ ਬਾਰੇ ਦੱਸਿਆ, ਕਵਿਤਾ ਰਾਹੀਂ ਦੱਸ ਰਹੇ ਹੋ, ਸਵਾਲ ਵੀ ਪੁੱਛਦੇ ਹੋ ਜਾ ਕੇ, ਕਿ ਵਾਕਈ ਪੱਤਰਕਾਰਾਂ ਨੂੰ ਆਜ਼ਾਦੀ ਹੈਗੀ ਆਪਣੀ ਗੱਲ ਕਰਨ ਦੀ, ਜਾਂ ਆਪਾਂ ਹੁਣ ਦੇਖਦੇ ਹਾਂ ਵੀ ਇੱਕ ਹੋਰ ਬਹਿਸ ਛਿੜ ਗਈ ਹੈ ਕਿ ਮੀਡੀਆ ਵਿਕਾਊ ਹੋ ਗਿਆ, ਪੰਜਾਬੀ ਮੀਡੀਆ ਨੂੰ ਵੀ ਗੋਦੀ ਮੀਡੀਆ ਦਾ ਇੱਕ ਟੈਗ ਦੇ ਦਿੱਤਾ ਗਿਆ। ਇਹ ਤਾਂ ਭਾਜੀ ਤੁਸੀਂ ਵੱਧ ਜਾਣ ਜਾਓਗੇ, ਤੁਸੀਂ ਵਿਚਰਦੇ ਹੋ, ਪੱਤਰਕਾਰ ਤੁਸੀਂ ਖੁਦ ਹੈਗੇ ਹੋ, ਤੇ ਇਹ ਤਾਂ ਸਵਾਲ ਤੁਸੀਂ ਵੱਧ ਚੰਗੀ ਜਵਾਬ ਤੁਹਾਡੇ ਕੋਲ ਹੋਊਗਾ ਮੇਰੇ ਤੋਂ ਵਧੀਆ ਜੀ। ਤੁਸੀਂ ਵੀ ਇਸੇ ਦਾਇਰੇ ਵਿੱਚ ਹੈਗੇ ਹੋ, ਹਾਂਜੀ। ਲੱਗਦਾ ਕਿਤੇ ਕਦੇ ਮਹਿਸੂਸ ਹੁੰਦਾ? ਨਹੀਂ, ਮੈਨੂੰ ਇਹ ਤਾਂ ਮਹਿਸੂਸ ਨਹੀਂ ਹੋਇਆ ਜੀ। ਬਾਕੀ ਚਲੋ ਠੀਕ ਹੈ, ਚਲੋ ਚੱਲੀ ਦਾ ਮੇਲਾ ਹੈ ਜੀ। ਅੱਛਾ, ਇੱਕ ਹੋਰ ਸਵਾਲ ਹੈ, ਤੁਸੀਂ ਭਗਵੰਤ ਮਾਨ ਤੇ ਵੀ ਕੋਈ ਕਵਿਤਾ ਲਿਖੀ ਹੈ? ਮੈਂ ਪਾਰਟੀਕੂਲਰ ਭਗਵੰਤ ਮਾਨ ਜੀ ਤੇ ਨਹੀਂ ਲਿਖੀ, ਮੈਂ ਜਿਹੜੀ ਇਹ ਸਰਕਾਰ ਹੈ ਇਸ ਤੇ ਲਿਖੀ ਹੈ ਜੀ। ਸਰਕਾਰਾਂ ਖਿਲਾਫ ਦੇਖੋ ਜਿਹੜੇ ਕਾਰਟੂਨਿਸਟ ਹੁੰਦੇ ਨੇ ਜਾਂ ਕਵੀ ਹੁੰਦੇ ਨੇ, ਇਹ ਵਿਅੰਗ ਜਿਹੜਾ ਹੁੰਦਾ ਹੈ ਵੀ ਇਹ ਹੌਲੀ ਹੌਲੀ ਇਹਨਾਂ ਤੇ ਹੁਣ ਹੈ ਵੀ ਹੋ ਰਹੀ ਹੈ ਸਰਕਾਰਾਂ, ਪਰ ਇਹ ਹੋਣਾ ਨਹੀਂ ਚਾਹੀਦਾ। ਇਹ ਤਾਂ ਆਨੰਦ ਲੈਣ ਦੀ ਚੀਜ਼ ਹੈ। ਕਵਿਤਾ ਜਿਹੜੀ ਖੁੰਡ ਚਰਚਾ 'ਚੋਂ ਨਿਕਲਦੀ ਹੈ ਤੇ ਇਹਨੂੰ ਲੈਣਾ ਚਾਹੀਦਾ, ਮਜ਼ੇ 'ਚ ਸੁਣਨਾ ਚਾਹੀਦਾ ਹੈ। ਬਾਕੀ ਜੇ ਸੇਧ ਲੈਣੀ ਤਾਂ ਸੇਧ ਵੀ ਲੈ ਲਓ, ਇਹ ਮਾੜੀ ਗੱਲ ਨਹੀਂ ਜੇ ਕਵਿਤਾ ਤੋਂ। ਮੈਂ ਇੱਦਾਂ ਲਿਖਿਆ ਤੇ ਵੀ ਅਸੀਂ ਦੇਖਿਆ ਵੀ ਕੀ 3 ਮਹੀਨੇ 'ਚ ਸਰਕਾਰ ਬਣੀ ਹੈ। ਜਿਵੇਂ ਇੱਕ ਇਨਕਲਾਬ ਦਾ ਸੀਗਾ ਵੀ ਇਨਕਲਾਬ ਆ ਗਿਆ ਬਹੁਤ, ਲੇਕਿਨ ਉਹ ਚੀਜ਼ਾਂ ਹੁਣ ਗਰਾਊਂਡ 'ਤੇ ਕਿਵੇਂ ਨੇ, ਅਖਬਾਰਾਂ 'ਚ ਕਿੱਦਾਂ ਦੀ ਖਬਰਾਂ ਲੱਗ ਰਹੀਆਂ ਰੋਜ਼, ਤੇ ਫੇਸਬੁੱਕ ਸੋਸ਼ਲ ਮੀਡੀਆ ਰਿਐਲਿਟੀ ਕੀ ਹੈ, ਉਹ ਇਹ ਸੀਗੀ ਝਾੜੂ ਦਾ ਬਦਲਾਅ ਵੇਖ ਲਓ, ਭਗਤੂ ਦੀ ਸਰਕਾਰ ਵੇਖ ਲਓ, ਉਹੀ ਲੁੱਟ ਖਸੁੱਟ ਲੋਕਾਂ ਦੀ ਮੱਚੀ ਹਾਹਾਕਾਰ ਵੇਖ ਲਓ। ਉਹੀ ਧਰਨੇ ਉਹੀ ਨਾਰੇ, ਉਹੀ ਧਰਨੇ ਉਹੀ ਨਾਰੇ, ਝਾੜੂ ਜਿੱਤਿਆ ਲੋਕੀ ਹਾਰੇ, ਕੁਰਸੀ ਉੱਤੇ ਬੈਠਾ ਸੱਜ ਕੇ ਇਨਕਲਾਬ ਦੇ ਗੱਪ ਜੋ ਮਾਰੇ। ਭਾਊ ਤਾਂ ਐਵੇਂ ਬਦਨਾਮ ਹੀ ਕਰਤਾ, ਭਾਊ ਤਾਂ ਐਵੇਂ ਬਦਨਾਮ ਹੀ ਕਰਤਾ, ਚਿੱਟਾ ਕਰ ਕਰ ਆਮ ਹੀ ਕਰਤਾ, ਰੱਜ ਕੇ ਪਾਈ ਥਾਂ ਥਾਂ ਕਿੱਕਲੀ, ਆਪ ਤਾਂ ਭਾਂਡਾ ਖਾਲੀ ਨਿਕਲੀ। ਹੈ ਜੀ, ਕਹਿੰਦੇ ਹੁਣ ਦਿੱਲੀ ਦਾ ਸਿੱਕਾ ਚੱਲੇ, ਹੁਣ ਦਿੱਲੀ ਦਾ ਸਿੱਕਾ ਚੱਲੇ, ਸਾਡੇ ਆਲੇ ਲਾਗੇ ਥੱਲੇ। ਹੁਣ ਦਿੱਲੀ ਦਾ ਸਿੱਕਾ ਚੱਲੇ, ਸਾਡੇ ਆਲੇ ਲਾਗੇ ਥੱਲੇ, ਹਲੇ ਵੀ ਸਮਾਂ ਜੇ ਸਾਂਭਿਆ ਨਹੀਂ, ਫੇਰ ਕੀ ਰਹਿ ਜੂ ਪੰਜਾਬ ਦੇ ਪੱਲੇ। ਇਸ਼ਤਿਹਾਰਾਂ ਦੀ ਝੜੀ ਲਵਾਈ, ਇਸ਼ਤਿਹਾਰਾਂ ਦੀ ਝੜੀ ਲਵਾਈ, ਪੰਜਾਬ ਤਾਂ ਆਪੇ ਹੋਊ ਕਰਜਾਈ। ਇਸ਼ਤਿਹਾਰਾਂ ਦੀ ਝੜੀ ਲਵਾਈ, ਪੰਜਾਬ ਤਾਂ ਆਪੇ ਹੋਊ ਕਰਜਾਈ। ਕੇਜਰੀਵਾਲ ਕੀ ਸਾਡਾ ਮਾਮਾ ਲੱਗਦਾ, ਪੰਜਾਬ ਪੁਲਿਸ ਜੋ ਉਹਦੀ ਸੇਵਾ ਲਈ। ਹੈ ਜੀ, ਕੇਜਰੀਵਾਲ ਕੀ ਸਾਡਾ ਮਾਮਾ ਲੱਗਦਾ, ਪੰਜਾਬ ਪੁਲਿਸ ਜੋ ਉਹਦੀ ਸੇਵਾ ਲਈ। ਕਹਿੰਦੇ ਪੰਜੇ ਤਕੜੀ ਦੇ ਪੋਸਟਰ ਸਾੜੇ ਸੀ, ਪੰਜੇ ਤਕੜੀ ਦੇ ਪੋਸਟਰ ਪਾੜੇ ਸੀ, ਝਾੜੂ ਦੇ ਝੰਡੇ ਹਰ ਛੱਤ ਚਾੜੇ ਸੀ। ਜੇ ਇਸੇ ਨੂੰ ਬਦਲਾਣੇ ਕਹਿੰਦੇ, ਫਿਰ ਕੈਪਟਨ ਬਾਦਲ ਕੀ ਮਾੜੇ ਸੀ। ਜੇ ਇਸੇ ਨੂੰ ਬਦਲਾਣੇ ਕਹਿੰਦੇ, ਫਿਰ ਕੈਪਟਨ ਬਾਦਲ ਕੀ ਮਾੜੇ ਸੀ। ਭਗਤ ਸਿੰਘ ਦਾ ਨਾਮ ਵਰਤ ਕੇ ਚਲੋ ਐਤਕੀ ਚੱਲ ਗਿਆ ਤੁੱਕਾ, ਭਗਤ ਸਿੰਘ ਦਾ ਨਾਮ ਵਰਤ ਕੇ ਚਲੋ ਐਕਟੀ ਚੱਲ ਗਿਆ ਤੁੱਕਾ, ਮੁੜ ਆਣਾ ਜਦ ਕਾਲੀਆਂ ਭੇਡਾਂ, ਜਨਤਾ ਜਾਣ ਨਹੀਂ ਦੇਣਾ ਸੁੱਕਾ। ਇਹ ਇੱਦਾਂ ਕੁਝ ਵਿਅੰਗ ਸੀਗਾ ਜੀ ਸਰਕਾਰ 'ਤੇ। ਤੁਸੀਂ ਵਿਅੰਗ ਕੀਤਾ, ਇਸ ਸਮੇਂ ਲੱਗ ਗਿਆ ਵੀ 3-4 ਮਹੀਨੇ ਵਿੱਚ ਆਮ ਆਦਮੀ ਪਾਰਟੀ ਨੇ ਕੀ ਕੀਤਾ ਹੈ, ਉਸ ਨੂੰ ਦੇਖ ਕੇ ਵਿਅੰਗ ਲਿਖਿਆ? ਹਾਂ ਭਾਜੀ, ਹਾਂ ਦੇਖੀ ਰਿਹਾ ਜੀ ਭਾਜੀ, ਸਭ ਸਾਹਮਣੇ ਹੈਗਾ ਜੀ ਕੀ ਹੈਗਾ, ਬਦਮਾਸ਼ੀ ਸਭ ਕੁਝ ਆਮ ਹੋ ਰਹੀ ਹੈ, ਇੱਦਾਂ ਕੋਈ ਹੈ ਨਹੀਂ। ਅੱਛਾ, ਤੁਸੀਂ ਇੱਕ ਪੱਤਰਕਾਰ ਉੱਤੇ ਵੀ ਲਿਖਿਆ ਸੀ, ਮੈਂ ਕਹਿੰਦਾ ਦੁਬਾਰਾ ਫੇਰ ਸੁਣਾ ਦਿਓ ਉਹੀ ਲਾਈਨ। ਪੱਤਰਕਾਰ ਉੱਤੇ ਵੀ ਤੁਸੀਂ ਇੱਕ ਵਿਅੰਗ ਕੱਸ ਕੇ ਲਿਖਿਆ ਸੀ ਕਲਮ ਦੇ ਉੱਤੇ। ਕਲਮ ਤੇ ਤਾਂ ਭਾਜੀ ਇਹ ਹੈਗਾ ਵੀ ਕਹਿੰਦੇ ਝੂਠ ਤੋਂ ਕਰਦਾ ਹਾਂ ਮੈਂ ਨਫ਼ਰਤ, ਬੇਈਮਾਨੀ ਤੋਂ ਖਾਂਦਾ ਖਾ ਰਹਾ, ਕਲਮ ਮੇਰੀ ਕਦੇ ਸੱਚ ਨਾ ਲਿਖਦੀ, ਪਰ ਮੈਂ ਸੱਚਾ ਪੱਤਰਕਾਰ ਹਾਂ। ਦਫ਼ਤਰ ਵਿੱਚ ਮੇਰੀ ਤੂਤੀ ਬੋਲੇ, ਸੰਪਾਦਕ ਦੀ ਅੱਖ ਦਾ ਤਾਰਾ, ਇੱਕ ਦੋ ਖਬਰਾਂ ਦਿੰਦੀਆਂ ਕਰਕੇ ਥੱਕ ਜਾਂਦਾ ਹਾਂ ਕੰਮ ਦਾ ਮਾਰਾ। ਹੈ ਜੀ, ਤਨਖਾਹ ਕੋਈ ਮੇਰੀ ਖਾਸ ਨਹੀਂ ਹੈ, ਉੱਤੋਂ ਦੀ ਕਮਾਈ ਰੱਜ ਜਾਂਦੀ ਹੈ, ਚਰਿੱਤਰ ਮੇਰਾ ਬਿੱਲੀ ਵਰਗਾ ਜਿਹੜੀ ਚੂਹੇ ਖਾ ਕੇ ਹੱਜ ਜਾਂਦੀ ਹੈ। ਹੈ ਜੀ, ਲੋਕਤੰਤਰ ਦਾ ਚੌਥਾ ਪਿੱਲਰ, ਪਿੱਲਰ ਵਿਚਲਾ ਸਰੀਆ ਮੈਂ ਹਾਂ, ਲੋਕ ਆਵਾਜ਼ ਸਰਕਾਰ ਸੁਣੇ, ਇਸ ਗੱਲ ਦਾ ਬਣਦਾ ਜਰੀਆ ਮੈਂ ਹਾਂ। ਬਾਕੀ ਹੁਣ ਸਰਕਾਰ ਤੁਹਾਨੂੰ ਪਤਾ ਹੀ ਹੈ। ਪਾਂਡੇ, ਇੱਕ ਆਖਰੀ ਸਵਾਲ ਹੈ ਪਾਂਡੇ ਜੀ, ਤੁਸੀਂ ਹੁਣ ਜਾਣਾ ਵੀ ਹੈ, ਪਿੱਛੋਂ ਇਸ਼ਾਰਾ ਵੀ ਹੋ ਰਿਹਾ ਤੁਹਾਨੂੰ। ਇੱਕ ਆਖਰੀ ਸਵਾਲ ਹੈ, ਜੋ ਕਵਿਤਾਵਾਂ ਰਾਹੀਂ ਤੁਸੀਂ ਦੱਸ ਰਹੇ ਹੋ, ਜਿਵੇਂ ਇੱਕ ਕਵੀ ਦਾ ਕੰਮ ਹੁੰਦਾ, ਆਸੇ ਪਾਸੇ ਜੋ ਵੀ ਘਟਨਾਵਾਂ ਵਾਪਰਦੀਆਂ ਨੇ ਉਸ ਨੂੰ
ਕਵਿਤਾ ਰਾਹੀਂ ਲੋਕਾਂ ਤੱਕ ਪਹੁੰਚਾਉਣ। ਕਿ ਲੋਕ ਗੱਲ ਸਮਝਦੇ ਨੇ, ਚਲੋ ਠੀਕ ਹੈ, ਅਖਬਾਰਾਂ ਦੇ ਵਿੱਚ ਚਰਚਾ ਵੀ ਹੁੰਦੀ ਹੈ, ਮੀਡੀਆ 'ਚ ਵੀ ਚਰਚਾ ਹੁੰਦੀ ਹੈ ਕਿ ਲੋਕੀ ਕਵਿਤਾਵਾਂ ਰਾਹੀਂ ਸਮਝਦੇ ਨੇ, ਜਾਂ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਵੀ ਉਹ ਗੱਲ ਬੜੀ ਵਧੀਆ ਕੀਤੀ ਸੀ ਕਵਿਤਾ ਦੇ ਵਿੱਚ? ਭਾਜੀ ਗੱਲ ਇੱਦਾਂ ਹੈ, ਜਿਹੜੀ ਇਹ ਕਵਿਤਾ ਹੋ ਗਈ ਜਾਂ ਦੇਸ਼ ਭਗਤੀ ਦੇ ਗੀਤ ਹੋ ਗਏ, ਇਹ ਇਸੇ ਲਈ ਬਣਦੇ ਆ ਵੀ ਲੋਕਾਂ ਨੂੰ ਸੇਧ ਮਿਲੇ, ਸਮਾਜ ਨੂੰ ਸੇਧ ਮਿਲੇ, ਇਹ ਤੋਂ ਆਨੰਦ ਵੀ ਆਵੇ ਤੇ ਜਿਹੜੀ ਸਿੰਪਲ ਵੇ ਨਾਲ ਲੋਕਾਂ ਤੱਕ ਗੱਲ ਪਹੁੰਚ ਜੇ। ਜਿਹੜੇ ਖੁੰਡਾ ਚਰਚਾ ਹੁੰਦੀਆਂ, ਕੋਈ ਚਾਹ ਵੇਚਣ ਵਾਲਾ ਜਾਂ ਕੋਈ ਮਤਲਬ ਨਿਮਨ ਵਰਗ ਤੱਕ ਵੀ ਆਪਣੀ ਗੱਲ ਪਹੁੰਚ ਜੇ, ਤਾਂ ਆਪਾਂ ਇੰਗਲਿਸ਼ 'ਚ ਗੱਲਬਾਤ ਕਰ ਲਈ, ਉਹਨਾਂ ਦੇ ਪੱਲੇ ਪੈਣੀ ਕੁਛ ਨਹੀਂ, ਲੋਕਤੰਤਰ ਵੈਸੇ ਹੀ ਜਿੰਦਾਬਾਦ ਹੈ ਜੀ। ਅੱਛਾ, ਲਿਖਦੇ ਰਹੋਗੇ ਕਵਿਤਾ ਇਦਾਂ ਹੀ? ਕਮਾਲ ਦੀ ਭਾਜੀ, ਰੱਬ ਸੁੱਖ ਰੱਖੇ ਭਰਾਵਾ, ਸਾਥ ਦੇਣ, ਆਪਾਂ ਕਲਮ ਜਾਰੀ ਰੱਖਾਂਗੇ ਜੀ, ਹੈ ਨਹੀਂ? ਤੇ ਸਾਡੇ ਨਾਲ ਪਾਂਡੇ ਸੀ, ਲਲਿਤ ਪਾਂਡੇ, ਜੋ ਕਿ ਮੀਡੀਆ ਅਦਾਰੇ ਵਿੱਚ ਹੀ ਨੇ। ਹਾਂ, ਇੱਕ ਗੱਲ ਮੈਂ ਭਾਜੀ ਇੱਥੇ ਐਡ ਹੋਣ ਕਰਨਾਗਾ, ਇਹ ਜਦੋਂ ਆਪਣੇ ਇੱਥੇ ਚੱਲਣੀ ਹੈ, ਕਿਉਂਕਿ ਆਪਾਂ ਸਿਆਸੀ ਪਾਰਟੀ ਜਿਹੜੀ ਮੌਜੂਦਾ ਉਹਦੇ ਖਿਲਾਫ ਆਈ ਹੈ, ਮੈਨੂੰ ਪੱਕਾ ਪਤਾ ਹੈ ਵੀ ਕਮੈਂਟ ਦੇ ਵਿੱਚ ਲੋਕੀ ਗਾਲਾਂ ਵੀ ਕੱਢਦੇ ਨੇ, ਮਾੜਾ ਮੰਦਾ ਭਾਸ਼ਾ ਵਰਤੇ, ਮੈਂ ਉਹਨਾਂ ਦਾ ਵੀ ਪਹਿਲਾਂ ਹੀ ਧੰਨਵਾਦ ਕਰਨਾ ਚਾਹੁੰਦਾ, ਬਹੁਤ ਬਹੁਤ ਧੰਨਵਾਦ ਵੀਰ ਜੀ। ਪਰ ਹਾਂ, ਸਰਕਾਰਾਂ ਦੇ ਉਲਟ ਰਿਹਾ ਕਰੋ, ਆਪਣੇ ਬੱਚਿਆਂ ਦੀ ਸਿੱਖਿਆ, ਸਿਹਤ, ਇਹਨਾਂ ਚੀਜ਼ਾਂ 'ਤੇ ਧਿਆਨ ਦਿਓ। ਸਰਕਾਰਾਂ ਵਾਂਗ ਹੀ ਚੱਲਦੀਆਂ ਨੇ। ਨਹੀਂ, ਇੱਕ ਉਹ ਵੀ ਸਵਾਲ ਹੈ ਨਾ ਵੀ ਸੱਤਾ ਵਿੱਚ ਜੋ ਸਰਕਾਰ ਹੁੰਦੀ ਹੈ, ਸਵਾਲ ਵੀ ਤਾਂ ਉਸੇ ਨੂੰ ਹੋਣਗੇ ਨਾ। ਹਾਂਜੀ, ਹੁਣ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਜਾ ਕੇ ਥੋੜ੍ਹੀ ਪੁੱਛਾਂਗੇ ਭਾਜੀ ਦੱਸੋ ਚੀਨੀ ਕੀ ਰੇਟ ਹੈ। ਇਸ ਕਰਕੇ ਜਿਹੜੀ ਚੀਜ਼ 'ਚ ਤਾਕਤ, ਗਲਤੀ ਉਹੀ ਕੰਮ ਕਰੂਗਾ ਜਿਹਦੇ ਕੋਲ ਤਾਕਤ ਹੋਊਗੀ, ਗਲਤ ਕੰਮ ਉਹੀ ਕਰੂਗਾ, ਤੇ ਸਰਕਾਰਾਂ ਨੂੰ ਸਵਾਲ ਹੋਣਗੇ, ਸਵਾਲ ਹੁੰਦੇ ਰਹਿਣਗੇ। ਹਾਂਜੀ ਹਾਂਜੀ ਭਾਜੀ, ਜ਼ਰੂਰ ਹੁੰਦੇ ਰਹਿਣਗੇ ਜੀ। ਠੀਕ ਹੈ, ਤੇ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਲਲਿਤ ਪਾਂਡੇ ਦਾ ਪਹਿਲਾਂ ਵੀ ਇੰਟਰਵਿਊ ਕੀਤਾ ਸੀ, ਜਿਸ ਰਾਹੀਂ ਵਿਅੰਗ ਕਰਕੇ ਕਵਿਤਾ ਰਾਹੀਂ ਸਮਝਾ ਰਹੇ ਸੀ ਵੀ ਕਵਿਤਾ ਰਾਹੀਂ ਲੋਕਾਂ ਨੂੰ ਛੇਤੀ ਸਮਝ ਲੱਗ ਜਾਂਦਾ, ਜਾਂ ਅਖਬਾਰਾਂ ਰਾਹੀਂ ਵੀ ਲੋਕੀ ਅਖਬਾਰਾਂ ਵੀ ਪੜ੍ਹਦੇ ਨੇ, ਉੱਥੋਂ ਸਮਝ ਲੱਗ ਜਾਂਦਾ। ਪਰ ਆਪਦੀ ਗੱਲ ਰੱਖਣ ਦਾ ਸਭ ਨੂੰ ਅਧਿਕਾਰ ਹੈ, ਕੋਈ ਵੀ ਕਿਸੇ ਵੀ ਤਰੀਕੇ ਨਾਲ ਗੱਲ ਰੱਖ ਸਕਦਾ ਹੈ, ਪਰ ਗੱਲ ਰੱਖਣ ਦਾ ਜੋ ਸ਼ਬਦਾਂ ਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਸ਼ਬਦਾਂ ਦੀ ਮਰਿਆਦਾ ਤਹਿਤ ਕੋਈ ਵੀ ਵਿਅਕਤੀ ਸਰਕਾਰ ਨੂੰ, ਜੋ ਸੱਤਾ ਵਿੱਚ ਮੌਜੂਦ ਹੈ, ਉਸ ਨੂੰ ਵੀ ਸਵਾਲ ਕਰ ਸਕਦਾ ਹੈ, ਕਿਉਂਕਿ ਜੋ ਸੱਤਾ ਵਿੱਚ ਮੌਜੂਦ ਹੁੰਦੀ ਹੈ ਸਰਕਾਰ, ਸਵਾਲ ਵੀ ਉਸੇ ਨੂੰ ਹੁੰਦੇ ਨੇ। ਜੋ ਸਰਕਾਰਾਂ ਚਲੀਆਂ ਗਈਆਂ ਨੇ ਉਸ ਨੂੰ ਮੌਜੂਦਾ ਦੌਰ ਵਿੱਚ ਸਵਾਲ ਨਹੀਂ ਹੋਣਗੇ। ਠੀਕ ਹੈ, ਉਹਨਾਂ ਨੇ ਜੋ ਗਲਤ ਕੀਤਾ, ਸਵਾਲ ਹੋਣੇ ਚਾਹੀਦੇ ਨੇ, ਪਰ ਮੌਜੂਦਾ ਸਮੇਂ ਵਿੱਚ ਜੋ ਵੀ ਸਰਕਾਰ ਹੈ, ਸਵਾਲ ਉਸ ਨੂੰ ਹੋਣਗੇ, ਹੁੰਦੇ ਰਹੇ ਨੇ, ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਵਾਲ ਜਿਹੜੇ ਨੇ ਉਹ ਜਾਰੀ ਰਹਿਣਗੇ।